ਤੇ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਤੁਹਾਨੂੰ ਸਾਹਮਣੇ ਆ ਰਹੀਆਂ? ਮੁਸ਼ਕਿਲਾਂ ਇੱਦਾਂ ਹੁੰਦੀਆਂ ਜੀ ਵੀ ਇੱਕ ਦਿਨ ਜੇ ਕੰਮ ਆ ਜਾਂਦਾ 3-4 ਦਿਨ ਵਿਹਲੇ ਬੈਠਣਾ ਪੈਂਦਾ। 500 ਰੁਪਏ ਮਜ਼ਦੂਰ ਦੀ ਦਿਹਾੜੀ ਆ, 3-4 ਵਿੱਚ ਉਹ ਕਿਆ ਕਮਾਊਗਾ ਜੀ, ਕਿਆ ਖਾਊਗਾ, ਫਿਰ ਘਰ ਦਾ ਖਰਚਾ ਵੀ ਕਰਨਾ ਹੈ। ਮਜ਼ਦੂਰ ਖਾਤਰ ਬਹੁਤੀ ਦਿੱਕਤ ਆਉਂਦੀ ਆ। ਕਾਰਡ ਬਣਵਾਏ ਤੇ 5 ਲੱਖ ਵਾਲੇ ਵੀ ਤੁਹਾਡਾ ਇਲਾਜ ਫ੍ਰੀ ਹੋਊਗਾ, ਤੁਹਾਨੂੰ ਦਵਾਈ ਮਿਲੂਗੀ। ਹਾਲ ਤੱਕ ਇੱਕ ਵੀ ਬੰਦੇ ਦੀ ਗੱਲ ਇੱਦਾਂ ਨਹੀਂ ਹੋਇਆ ਹੈਗਾ ਵੀ ਉਹਨੂੰ ਦਵਾਈ ਮਿਲੀ ਹੋਵੇ। ਕਾਰਡ ਬਣਵਾਏ ਗਏ ਸੀ ਉਹ ਵੈਲਿਡ ਨਹੀਂ ਹੈਗੇ, ਉਹ ਚੱਲਦੇ ਨਹੀਂ ਹੈ, ਲਾਗੂ ਨਹੀਂ ਹੋਏ। ਮੈਡਮ ਸ਼ਾਇਦ ਲਾਗੂ ਤਾਂ ਇਹਨਾਂ ਨੇ ਕਰਤੇ, ਪਰ ਹਸਪੀਟਲ ਵਾਲੇ ਨਹੀਂ ਉਹ ਚੱਲਣ ਦਿੰਦੇ ਹੈਗੇ। ਤੇ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ। ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਆਉਂਦੇ ਨੇ। ਕੀ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਬੈਨੀਫਿਟ ਹੈ, ਜਿਹੜਾ ਉਹਨਾਂ ਨੂੰ ਮਿਲ ਰਿਹਾ, ਤੁਹਾਨੂੰ ਵੀ ਉਹ ਮਿਲ ਸਕਦਾ ਸੀ ਜਾਂ ਤੁਹਾਨੂੰ ਘੱਟ ਰੇਟ ਤੇ ਰੱਖਿਆ ਜਾਂਦਾ, ਜਾਂ ਉਹ ਬੈਨੀਫਿਟ ਤੁਸੀਂ ਕਿਉਂ ਨਹੀਂ ਲੈ ਸਕਦੇ? ਮੈਡਮ ਜੀ ਇੱਦਾਂ ਹੈ, ਸਾਡੇ ਥੋੜ੍ਹਾ ਜਿਹਾ ਮਜ਼ਦੂਰ ਟਲਦੇ ਆ ਕੰਮ ਤੇ, ਨਹੀਂ ਤਾਂ ਤਕਰੀਬਨ ਮਜ਼ਦੂਰੀ ਕਰਦੇ ਆ, ਪਰ ਜੋ ਬਿਜਾਈ ਹੋਣੀ ਆ ਝੋਨੇ ਦੀ ਉਹ ਲੇਬਰੇ ਕਰਦੀ ਆ ਉੱਧਰੋਂ ਆ ਕੇ, ਬਾਹਰੋਂ ਆ ਕੇ, ਤਾਂ ਸਪੈਸ਼ਲੀ ਉਹਨਾਂ ਨੂੰ ਐਡਵਾਂਸ ਪੈਸੇ ਭੇਜੇ ਜਾਂਦੇ ਆ ਤਾਂ ਉਹ ਆਉਂਦੇ ਆ। ਕੁਝ ਟਾਈਮ ਤੱਕ ਸਾਡੀ ਵੀ ਉਹੀ ਹਾਲਤ ਹੋ ਜਾਣੀ। ਸਾਡੇ ਮੁੰਡੇ ਕੈਨੇਡਾ ਅਮਰੀਕਾ ਨੂੰ ਭੱਜ ਰਹੇ ਆ 20-20 50 ਲੱਖ ਰੁਪਏ ਲਾ ਕੇ। ਕਿਉਂ ਜਾ ਰਹੇ ਆ? ਕਿਉਂਕਿ ਉਰੇ ਨਾ ਤਾਂ ਕੋਈ ਕਾਨੂੰਨ ਹੈ, ਨਾ ਕਾਨੂੰਨ ਦਾ ਨਾਮ ਹੈ ਕੋਈ। ਜਿੱਥੇ ਹੁੰਦਾ ਗਰੀਬ ਦਾ ਧੱਕਾ ਹੀ ਹੁੰਦਾ। ਅੱਜ ਲਾਗੂ ਕਰ ਰਹੇ ਆ, ਜਿਹੜੀ ਸਾਡੀ ਮਿਹਨਤ ਸਾਨੂੰ ਮਿਲਦੀ ਹੈ, ਦਿਹਾੜੀ 400 ਤੋਂ ਵੀ ਘਟਾ ਕੇ 300 ਆ ਰਹੀ ਹੈ ਜੀ। ਦਿਹਾੜੀ ਤੋਂ ਤਾਂ ਸਾਨੂੰ ਕੋਈ ਆਸ ਹੈ ਨਹੀਂ। ਘਰ ਵਿੱਚ 2-2 ਡੰਗਰ ਜਨਾਨੀਆਂ ਨੇ ਪਾਲੇ ਹੋਏ, ਉਹ ਵੀ ਡੋਲਾਂ ਤੇ ਕੰਡਾ ਵੱਢਣ ਜਾਂਦੀਆਂ ਜੀ। ਉਹ ਵੀ ਇੱਕ ਲੇਖੇ ਦਾ ਮਜ਼ਦੂਰੀ 'ਚ ਆ ਜਾਂਦਾ ਜੀ। 5-10 ਕਿਲੋ ਦੁੱਧ ਪਾਉਨੇ ਆ, ਬਹੁਤ ਔਖਾ ਸੌਖਾ ਕਰਕੇ ਮਿਹਨਤ ਨਾਲ ਜੋ ਵੀ ਜਣੀ ਮਿਲਦਾ ਹੈ ਉਹਦੇ ਨਾਲ ਕਈ ਵਾਰ ਰੋਟੀ ਖਾ ਵੀ ਲਈਦੀ ਹੈ। ਕਈ ਵਾਰੀ ਜਿਹੜੀਆਂ ਸਰਕਾਰਾਂ ਨੇ ਆਪਣਾ ਜਿਹੜਾ ਕਾਰਪੋਰੇਟ ਘਰਾਣਾ ਜਿਹੜਾ ਮਤਲਬ ਕਿ ਨਿੱਜੀਕਰਨ ਕਰ ਰਹੀ ਹੈ ਹਰ ਇੱਕ ਚੀਜ਼ ਦਾ। ਜਿਵੇਂ ਹੁਣ ਜਿਹੜੇ ਸਾਡੇ ਮਜ਼ਦੂਰ ਵਰਗ ਹੈ ਅੱਜ ਖੁੱਲ੍ਹੇ ਤੌਰ ਤੇ ਕੰਮ ਕਰ ਰਹੇ ਆ। ਹੁਣ ਜਿਹੜੇ ਕਾਨੂੰਨ ਪਾਸ ਕੀਤੇ ਉਹਨਾਂ ਨੇ ਪਹਿਲਾਂ ਤਾਂ 12 ਘੰਟੇ 8 ਘੰਟੇ ਤੋਂ 12 ਘੰਟੇ ਕਰਤੇ ਆ। ਉਸ ਤੋਂ ਬਾਅਦ ਜਿਹੜੀ ਸੈਲਰੀ ਬੇਸ ਤੇ ਆਪਣਾ ਕੋਈ ਵੀ ਆਪਣਾ ਫੈਕਟਰੀ 'ਚ ਜਾਂ ਕੋਈ ਹੋਰ ਕੰਮ ਆ, ਸਾਡਾ ਫੈਕਟਰੀ ਕੰਮ ਕਰਦਾ ਜਾਂ ਸਿਕਿਉਰਿਟੀ ਗਾਰਡ ਕਰਦਾ ਹੈ, ਕਿਸੇ ਅਦਾਰੇ 'ਚ ਕੰਮ ਕਰਦਾ ਹੈ, ਉਹਦੀ ਜਿਹੜੀ ਸੈਲਰੀ ਹੈ ਉਹ 50% ਦਿੱਤੀ ਜਾਊਗੀ। 50% ਜੇ 10,000 ਰੁਪਏ ਤਾਂ 5,000 ਦਿੱਤਾ ਹੋਊਗਾ। ਅੱਜ ਦੀ ਮਹਿੰਗਾਈ ਦੇ ਵਿੱਚ ਤੁਸੀਂ ਸੋਚ ਲਓ ਵੀ 5,000 'ਚ ਗੁਜ਼ਾਰਾ ਹੋ ਜਾਏਗਾ? ਜਿਹੜੇ ਚਾਹੇ ਉਹ ਢੋਣ ਵਾਲੇ ਹੋਣ, ਚਾਹੇ ਰੇਹੜੀ ਵਾਲੇ ਹੋਣ, ਚਾਹੇ ਆਟੋ ਵਾਲੇ ਹੋਣ, ਵਹੀਕਲ ਵਾਲੇ ਹੋਣ, ਉਹ ਆਪਣੇ ਆਪਣੇ ਕੰਮਾਂ ਤੇ ਲੱਗ ਜਾਂਦੇ ਆ। ਕਿਉਂਕਿ ਸੀਜ਼ਨਲੀ ਜਿਹੜੀ 2 ਚੀਜ਼ਾਂ ਸਾਡੀਆਂ ਹਾੜੀ ਸੋਣੀ ਕਹਿ ਦਿੰਦੇ ਆਪਾਂ, ਉਹ ਸੀਜ਼ਨ ਦੇ ਵਿੱਚ ਜਿੰਨਾ ਵੀ ਮਜ਼ਦੂਰ ਵਰਗ ਹੈ ਉਹ ਨਾਲ ਜੁੜਿਆ ਹੋਇਆ ਹੈ, ਉਹਨਾਂ ਨੂੰ ਦਿਹਾੜੀ ਮਿਲਦੀ ਹੈ। ਠੀਕ ਹੈ ਜੀ। ਜੇ ਇਹ ਕਾਨੂੰਨ ਮਤਲਬ ਕਿ ਜਿਹੜਾ ਹੈਗਾ ਸਿੱਧਾ ਹੀ ਆਪਣਾ ਕਿਸਾਨਾਂ ਤੋਂ ਫਸਲਾਂ ਚੱਕ ਕੇ ਆਪਣੇ ਗੋਦਾਮਾਂ 'ਚ ਲੈ ਜਾਣਗੇ ਤਾਂ ਵਿਚਲਾ ਵਰਗ ਸਾਰਾ ਹੀ ਖਤਮ ਹੈ ਜੀ। ਕਿ ਜਿਹੜਾ ਮਜ਼ਦੂਰ ਹੈ ਆਪਣੀ ਬੇਟੀ ਦੀ ਰਜਿਸਟ੍ਰੇਸ਼ਨ ਕਰਾਵੇ, ਮੈਰਿਜ ਸਰਟੀਫਿਕੇਟ ਬਣਾਵੇ। ਹੁਣ ਤੁਸੀਂ ਦੱਸੋ ਕਿ ਅਨਪੜ੍ਹ ਜਿਹੜਾ ਵਿਅਕਤੀ ਹੈਗਾ ਏ, ਅਨਪੜ੍ਹ ਸਾਡਾ ਮਜ਼ਦੂਰ ਹੋਏਗਾ ਏ, ਉਹ ਪਹਿਲਾਂ ਕੋਰਟ ਕਚਹਿਰੀ ਧੱਕੇ ਖਾਵੇਗਾ, ਉੱਥੋਂ ਵਕੀਲ ਕਰੂਗਾ, ਉੱਥੇ ਫਾਈਲਾਂ ਤਿਆਰ ਕਰਾਊਗਾ। ਉਹ ਫਾਈਲਾਂ ਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਕਿੰਨੀਆਂ ਦਿਹਾੜੀਆਂ ਖਰਾਬ ਹੋਣਗੀਆਂ। ਔਰ ਅੱਜ ਕੱਲ੍ਹ ਜਿਹੜਾ ਸਿਸਟਮ ਸਾਡਾ ਹੈਗਾ ਪੰਜਾਬ ਦਾ, ਪਹਿਲਾਂ ਜਦੋਂ ਸਰਕਾਰ ਚੇਂਜ ਹੋਈ ਹੈ 2017 ਦੇ ਵਿੱਚ ਆਉਂਦੀ ਸਾਰੇ ਇਹਨਾਂ ਨੇ ਸਾਰੇ ਆਨਲਾਈਨ ਸਿਸਟਮ ਕਰਤਾ। ਆਨਲਾਈਨ ਸਿਸਟਮ ਕਰਨ ਦੇ ਨਾਲ ਸਾਰੇ ਸੁਵਿਧਾ ਸੈਂਟਰ ਬੰਦ ਕਰਤੇ। ਇਹ ਸਾਰੀ ਖੱਜਲ ਖੁਆਰੀ ਜਿਹੜੀ ਹੈਗੀ ਹੈ ਇਹ ਬੜੇ, ਮੈਂ ਪਹਿਲੇ ਵੀ ਕਹਿ ਚੁੱਕਿਆ, ਬੜੇ ਲੈਵਲ ਤੇ ਚੱਲ ਰਹੀ ਹੈ। ਸਾਰੇ ਮਿਲੇ ਹੋਏ ਆ ਜੀ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। 2014 ਤੋਂ ਜਦੋਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣਨੀ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਅੱਛੇ ਦਿਨ ਆਨੇ ਵਾਲੇ ਹੈ ਦਾ ਸਲੋਗਨ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਗੂੰਜ ਰਿਹਾ ਸੀ। ਔਰ ਭਾਜਪਾ ਉਸ ਵੇਲੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਜਦੋਂ ਲੋਕ ਸਭਾ ਇਲੈਕਸ਼ਨਸ ਹੋਏ ਨੇ ਤਾਂ ਬਹੁਤ ਵੱਡੇ ਮਾਰਜਨ ਦੇ ਨਾਲ ਭਾਜਪਾ ਦੀ ਸਰਕਾਰ ਨੂੰ ਲੀਡ ਮਿਲਦੀ ਹੈ ਤੇ ਭਾਜਪਾ ਸਰਕਾਰ ਸੱਤਾ ਤੇ ਆਉਂਦੀ ਹੈ। ਉਸ ਤੋਂ ਬਾਅਦ ਦੇਸ਼ ਦਾ ਹਰ ਵਰਗ ਭਾਜਪਾ ਦੇ ਸੱਤਾ ਤੇ ਆਉਂਦੇ ਹੀ ਦੇਸ਼ ਦਾ ਹਰ ਵਰਗ ਸੜਕਾਂ ਤੇ ਆਇਆ, ਕਿਉਂਕਿ ਅੱਛੇ ਦਿਨਾਂ ਦਾ ਵਾਅਦਾ ਕਰਕੇ ਜਿਸ ਸਰਕਾਰ ਨੂੰ ਚੁਣਿਆ ਗਿਆ ਸੀ ਉਹ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਭੁੱਲ ਗਈ। ਕਿਸਾਨੀ ਸੰਘਰਸ਼ ਦਾ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਇੱਕ ਵਰਗ ਅਜਿਹਾ ਵੀ ਹੈ ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਮਜ਼ਦੂਰ ਵਰਗ। ਕਿਉਂਕਿ ਮਜ਼ਦੂਰਾਂ ਦੀ ਹਾਲਤ ਵੀ ਇਸ ਦੇਸ਼ ਦੇ ਵਿੱਚ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਕਹੀ ਜਾ ਸਕਦੀ, ਨਹੀਂ ਮੰਨੀ ਜਾ ਸਕਦੀ, ਕਿਉਂਕਿ ਜਿਸ ਤਰੀਕੇ ਦੇ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ
ਸਾਹਮਣੇ ਆਉਂਦੀਆਂ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੀ ਹਾਲਤ ਮਜ਼ਦੂਰਾਂ ਦੀ ਹੋਏਗੀ। ਔਰ ਮਜ਼ਦੂਰ ਵਰਗ ਦੇ ਕੁਝ ਨੁਮਾਇੰਦੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਉਹਨਾਂ ਦੀਆਂ ਮੁਸ਼ਕਿਲਾਂ ਜਾਣਾਂਗੇ। ਸਰ ਕੀ ਨਾਮ ਹੈ? ਗੁਰਵਿੰਦਰ ਸਿੰਘ ਜੀ। ਕੀ ਕੰਮ ਕਰਦੇ ਹੋ? ਫਿਲਹਾਲ ਤਾਂ ਮਜ਼ਦੂਰੀ ਉਹ ਕਰਦੇ ਹਾਂ। ਕਿਸ ਖੇਤਰ ਦੇ ਵਿੱਚ ਹਾਂਜੀ, ਕਿਸ ਜਗ੍ਹਾ ਮਜ਼ਦੂਰੀ ਕਰਦੇ ਹੋ? ਉਰੀ ਖਰੜ ਜੀ। ਤੇ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਤੁਹਾਨੂੰ ਸਾਹਮਣੇ ਆ ਰਹੀਆਂ ਨੇ? ਮੁਸ਼ਕਿਲਾਂ ਇੱਦਾਂ ਆਉਂਦੀਆਂ ਜੀ ਵੀ ਇੱਕ ਦਿਨ ਜੇ ਕੰਮ ਆ ਜਾਂਦਾ 3-4 ਦਿਨ ਵਿਹਲੇ ਬੈਠਣਾ ਪੈਂਦਾ। 500 ਰੁਪਏ ਮਜ਼ਦੂਰ ਦੀ ਦਿਹਾੜੀ ਆ, 3-4 ਵਿੱਚ ਉਹ ਕਿਆ ਕਮਾਊਗਾ ਜੀ, ਕਿਆ ਖਾਊਗਾ, ਫਿਰ ਘਰ ਦਾ ਖਰਚਾ ਵੀ ਕਰਨਾ ਹੈ। ਮਜ਼ਦੂਰ ਖਾਤਰ ਬਹੁਤੀ ਦਿੱਕਤ ਆਉਂਦੀ ਆ। ਯਾਨੀ ਕਿ 500 ਰੁਪਏ ਦਿਹਾੜੀ ਹੈ, ਉਸ ਦੇ ਵਿੱਚ ਘਰ ਦਾ ਖਰਚਾ ਵੀ ਚਲਾਉਣਾ ਹੈ, ਔਰ ਉਹ ਵੀ ਕੋਈ ਕਲੀਅਰ ਨਹੀਂ ਹੈ ਕਿ ਇੱਕ ਦਿਨ ਦਿਹਾੜੀ ਮਿਲੀ ਹੈ ਤਾਂ ਦੂਜੇ ਦਿਨ ਨਹੀਂ ਮਿਲੀ। ਮਿਲੂ ਜਾਂ ਨਹੀਂ ਹਾਂ। ਮਿਲੂ ਕੋਈ ਪਤਾ ਨਹੀਂ। ਤੇ ਸਰਕਾਰ ਦੇ ਵੱਲੋਂ ਤਾਂ ਬੜੇ ਵਾਅਦੇ ਕੀਤੇ ਗਏ ਸੀ ਕਿ ਅੱਛੇ ਦਿਨ ਆਉਣਗੇ, ਮਜ਼ਦੂਰਾਂ ਦਾ ਧਿਆਨ ਰੱਖਿਆ ਜਾਏਗਾ। ਕਿ ਜਦੋਂ ਤੁਸੀਂ ਫ੍ਰੀ ਬੈਠਦੇ ਹੋ ਉਸ ਦੇ ਵੇਲੇ ਧਿਆਨ ਰੱਖਿਆ ਜਾਂਦਾ ਤੁਹਾਡਾ? ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਸਾਨੂੰ ਕੋਈ ਮੈਡੀਕਲ ਸਪੋਰਟ ਨਹੀਂ ਮਿਲਦੀ ਹੈਗੀ ਜੋ ਕਿ ਮਿਲਣੀ ਚਾਹੀਦੀ ਹੈ ਮਜ਼ਦੂਰਾਂ ਨੂੰ। ਠੀਕ ਹੈ, ਸਾਨੂੰ 2-2 ਘੰਟੇ ਲਾਈਨ ਵਿੱਚ ਖੜ ਕੇ ਦਵਾਈ ਲੈਣੀ ਪੈਂਦੀ ਹੈ ਜੇ ਮਜ਼ਦੂਰ ਕੋਈ ਬਿਮਾਰ ਵੀ ਹੋ ਜਾਂਦਾ। ਪਰ ਇਹ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ, ਕੋਈ ਹੈਲਪ ਨਹੀਂ ਦਿੰਦੇ ਹੈਗੇ। ਕਾਰਡ ਬਣਵਾਏ ਤੇ 5 ਲੱਖ ਵਾਲੇ ਵੀ ਤੁਹਾਡਾ ਇਲਾਜ ਫ੍ਰੀ ਹੋਊਗਾ, ਤੁਹਾਨੂੰ ਦਵਾਈ ਮਿਲੂਗੀ। ਹਾਲ ਤੱਕ ਇੱਕ ਵੀ ਬੰਦੇ ਦੀ ਗੱਲ ਇਦਾਂ ਨਹੀਂ ਹੋਇਆ ਹੈਗਾ ਵੀ ਉਹਨੂੰ ਦਵਾਈ ਮਿਲੀ ਹੋਵੇ। ਕਾਰਡ ਬਣਵਾਏ ਗਏ ਸੀ ਉਹ ਵੈਲਿਡ ਨਹੀਂ ਹੈਗੇ, ਉਹ ਚੱਲਦੇ ਨਹੀਂ ਹੈ, ਲਾਗੂ ਨਹੀਂ ਹੋਏ। ਮੈਡਮ ਸ਼ਾਇਦ ਲਾਗੂ ਤਾਂ ਇਹਨਾਂ ਨੇ ਕਰਤੇ ਪਰ ਹਸਪੀਟਲ ਵਾਲੇ ਨਹੀਂ ਉਹ ਚੱਲਣ ਦਿੰਦੇ ਹੈਗੇ। ਤੁਸੀਂ ਪੁੱਛਿਆ ਨਹੀਂ, ਕਾਰਨ ਨਹੀਂ ਪੁੱਛਿਆ ਕਿ ਇਹ ਤਾਂ ਸਰਕਾਰ ਦੇ ਵੱਲੋਂ ਨਹੀਂ ਦਿੰਦਾ ਜੀ, ਦੂਜੇ ਤੇ ਸਿੱਟ ਦਿੰਦੇ ਆ ਵੀ ਫਲਾਣੇ ਨੂੰ ਪੁੱਛੋ, ਧਮਕੀਆਂ ਪੁੱਛੋ, ਐਦਾਂ ਇੱਕ ਦੂਏ ਤੇ ਸਿੱਟ ਦਿੰਦੇ ਆ। ਠੀਕ ਹੈ ਸਰ, ਤੁਹਾਡਾ ਕੀ ਨਾਮ ਹੈ? ਹੈਦਰ ਅਲੀ। ਤੁਸੀਂ ਕੀ ਕਰਦੇ ਹੋ? ਲੇਬਰੇ ਕਰਦੇ ਜੀ। ਹਾਂਜੀ, ਇਹ ਸੇਮ ਮੁਸ਼ਕਿਲਾਂ ਇਹਨਾਂ ਵਾਲੀਆਂ ਹੀ ਨੇ ਕਿ ਇੱਕ ਦਿਨ ਲੇਬਰ ਮਿਲ ਗਈ। ਮੁਸ਼ਕਲ ਗੱਲ ਹੈ ਜੀ। ਜਿਸ ਤਰ੍ਹਾਂ ਹਸਪਤਾਲ ਤੇ ਜਾਂਦੇ ਤੁਸੀਂ ਕਹਿੰਦੇ ਕਾਰਡ ਬਾਰੇ ਪੁੱਛਦੇ ਨਹੀਂ, ਅਸੀਂ ਪੁੱਛਦੇ ਜ਼ਰੂਰ ਪਰ ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂ ਜੀ। ਅੱਜ ਕੱਲ੍ਹ ਅਗਲਾ ਕਹਿੰਦਾ ਜੋ ਕੋ ਕਰਨਾ ਕਰ ਲਓ ਜੀ। ਕਿਉਂਕਿ ਕਿਸੇ ਸੁਵਿਧਾ ਕੇਂਦਰ ਦੇ ਵਿੱਚ ਜਾ ਕੇ ਗੱਲ ਕੀਤੀ ਹੋਵੇ, ਸਰਕਾਰੀ ਨੁਮਾਇੰਦੇ ਨਾਲ ਕਿਸੇ ਨਾਲ ਗੱਲ ਕਰੀਏ ਮੈਡਮ, ਸੁਵਿਧਾ ਕੇਂਦਰ ਪਹਿਲਾਂ ਜਿਹੜੇ ਸਾਡੇ ਪਿੰਡਾਂ 'ਚ ਬਣੇ ਵੀ ਉਹ ਤਾਂ ਬੰਦ ਹੈ ਜੀ। ਖਲਾਤੇ ਜੀ ਉਹ ਇਦਾਂ ਹੀ ਜਿੰਦੇ ਲੱਗੇ ਵੀ, ਉੱਥੇ ਹੁਣ ਤੱਕ ਕੋਈ ਨਹੀਂ ਖਲਵਾ ਰਿਹਾ ਜੀ। ਪੂਰੇ ਖੈੜੇ ਆਉਣਾ ਪੈਂਦਾ ਜੀ, ਲਾਈਨਾਂ 'ਚ ਲੱਗਣਾ ਪੈਂਦਾ ਜੀ, ਤੁਹਾਨੂੰ ਪਤਾ ਜੀ। ਇੱਥੇ ਉਲਟਾ ਟੋਕਨ ਸਿਸਟਮ ਸਟਾਰਟ ਕਰਤਾ ਜੀ। 9 ਵਜੇ ਜਾ ਕੇ ਟੋਕਨ ਲੈ ਲਿਆ ਸੁਵਿਧਾ ਸੈਂਟਰ 'ਚ ਤਾਂ ਸਾਡੀ ਸੁਣਵਾਈ ਹੈ, ਨਹੀਂ ਜੋ 100-125 ਟੋਕਨ ਵੰਡਿਆ ਵਾ ਜੀ ਉਹਨਾਂ ਨੇ ਡੀਲ ਕਰਕੇ ਬਾਕੀ ਬੰਦੇ ਦੂਏ ਦਿਨ ਦੀ ਆਸ ਪਾ ਫੇਰ ਲਾਈਨਾਂ ਚਲਾ ਕੇ ਟੋਕਨ ਲੈਣਾ ਪੈਂਦਾ ਜੀ। ਸੋ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਮੋਦੀ ਸਰਕਾਰ ਜਿਹੜੀਆਂ ਨਵੀਆਂ ਨੀਤੀਆਂ ਬਣਾ ਰਹੀ ਹੈ, ਉਸ ਨੂੰ ਲੈ ਕੇ ਕੀ ਲੱਗਦਾ ਹੈ ਕਿ ਮਜ਼ਦੂਰਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਸੁਧਰੇਗੀ? ਕਿੱਥੇ ਸੁਣੂਗੇ, ਇਹਦੇ ਨਾਲ ਵੀ ਬੁਰਾ ਹਾਲ ਹੋ ਜਾਣਾ ਜੀ। ਹੁਣ ਤਾਂ ਚਲੋ ਦਿਹਾੜੀ ਮਾੜੀ ਮੋਟੀ ਲੱਗਦੀ ਜਾਂ ਕੰਪਨੀਆਂ ਦੇ ਥਰੂ ਚਲੇ ਗਏ ਜੀ, ਸਾਨੂੰ ਕੀ ਨਾ ਪੁੱਛਣਾ ਜੀ, ਦਿਹਾੜੀ ਲੱਗਦੀ ਨਹੀਂ ਫਿਰ ਤਾਂ ਸਾਡੀ। ਹੁਣ ਵੀ ਜੀ 10-10 ਦਿਨ ਬਾਅਦ 2-2 ਦਿਹਾੜੀਆਂ ਲੱਗਦੀਆਂ ਜੀ। ਉਹਦੇ ਵਿੱਚ ਕਰ ਜੀ ਉਹ ਟਾਈਮ ਆਇਆ ਨਹੀਂ ਹੈਗਾ ਪਰ ਆਉਣ ਵਾਲਾ ਹੈ, ਜਿਹੜੇ ਟਾਈਮ 'ਚ ਅਸੀਂ ਵੀ ਗੁਲਾਮ ਹੋਵਾਂਗੇ, ਕਿਸਾਨ ਵੀ ਗੁਲਾਮ ਹੋਣਗੇ। ਖੜਾ ਨਹੀਂ ਛੁੱਟਣਾ ਹੈਗਾ ਐਂਡ ਨੂੰ। ਕਿਉਂ ਲੱਗਦਾ ਹੈ ਤੁਹਾਨੂੰ ਕਿ ਤੁਸੀਂ ਗੁਲਾਮ ਹੋਵੋਗੇ? ਕੀ ਕਾਰਨ ਲੱਗਦੇ ਨੇ ਇਹੋ ਜਿਹਾ? ਕੀ ਹੋਣ ਵਾਲਾ ਹੈ? ਕਿਉਂਕਿ ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਇਹ ਆਪਣੇ ਵੱਡੇ ਹਾਈ ਲੈਵਲ ਤੇ ਕੰਮ ਕਰਦੇ ਆ, ਫੈਕਟਰੀਆਂ ਖੋਲ੍ਹਦੇ ਆ ਤਾਂ ਜ਼ਿਆਦਾਤਰ ਮਸ਼ੀਨਾਂ ਤੇ ਕੰਮ ਲੈਂਦੇ ਆ। ਮਜ਼ਦੂਰਾਂ ਨੂੰ ਮਜ਼ਦੂਰੀ ਪੂਰੀ ਨਹੀਂ ਮਿਲਦੀ ਹੈਗੀ, ਤਾਂ ਕਰਕੇ ਇਹਨਾਂ ਨੇ ਉਹ ਸਿਸਟਮ ਕਰ ਦੇਣਾ ਵੀ ਸਾਨੂੰ ਮਜਬੂਰੀ 'ਚ ਜਾਣਾ ਹੀ ਪੈਣਾ ਕੰਮ ਤੇ। ਅਸੀਂ ਹਟ ਨਹੀਂ ਸਕਦੇ ਕਿਉਂਕਿ ਸਾਨੂੰ ਪੈਸਿਆਂ ਦੀ ਲੋੜ ਹੈ। ਉਹ ਸਾਥੇ ਕੰਮ ਕਰਾਉਣਗੇ ਘੱਟ ਰੇਟ ਤੇ। ਬਾਕੀ ਜਦ ਕਿਸਾਨ ਖਤਮ ਹੋ ਗਿਆ ਤਾਂ ਅਸੀਂ ਵੀ ਖਤਮ ਹੋ ਗਏ, ਕਿਉਂਕਿ ਦਾਣਾ ਪਾਣੀ ਤਾਂ ਉਧਰੋਂ ਆਉਣਾ ਨਾ, ਉਹੀ ਕਰ ਸਕਦੇ ਆ ਸਾਡੇ ਲਈ। ਕਿਸਾਨਾਂ ਦੇ ਨਾਲ ਮਜ਼ਦੂਰਾਂ ਦਾ ਬਹੁਤ ਵੱਡਾ ਨਾਤਾ। ਨੁਕਸਾਨ ਹੈ ਜੀ। ਤੇ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ। ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਆਉਂਦੇ ਨੇ। ਕੀ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਬੈਨੀਫਿਟ ਹੈ, ਜਿਹੜਾ ਉਹਨਾਂ ਨੂੰ ਮਿਲ ਰਿਹਾ, ਤੁਹਾਨੂੰ ਵੀ ਉਹ ਮਿਲ ਸਕਦਾ ਸੀ ਜਾਂ ਤੁਹਾਨੂੰ ਘੱਟ ਰੇਟ ਤੇ ਰੱਖਿਆ ਜਾਂਦਾ, ਜਾਂ ਉਹ ਬੈਨੀਫਿਟ ਤੁਸੀਂ ਕਿਉਂ ਨਹੀਂ ਲੈ ਸਕਦੇ? ਮੈਡਮ ਜੀ ਇੱਦਾਂ ਹੈ, ਸਾਡੇ ਥੋੜ੍ਹਾ ਜਿਹਾ ਮਜ਼ਦੂਰ ਟਲਦੇ ਆ ਕੰਮ ਤੇ, ਨਹੀਂ ਤਾਂ ਤਕਰੀਬਨ ਮਜ਼ਦੂਰੀ ਕਰਦੇ ਆ। ਪਰ ਜੋ ਬਿਜਾਈ ਹੋਣੀ ਆ ਝੋਨੇ ਦੀ ਉਹ ਲੇਬਰੇ ਕਰਦੀ ਆ ਉੱਧਰੋਂ ਆ ਕੇ, ਬਾਹਰੋਂ ਆ ਕੇ, ਤਾਂ ਸਪੈਸ਼ਲੀ ਉਹਨਾਂ ਨੂੰ ਐਡਵਾਂਸ ਪੈਸੇ ਭੇਜੇ ਜਾਂਦੇ ਆ ਤਾਂ ਉਹ ਆਉਂਦੇ ਆ। ਕੁਝ ਟਾਈਮ ਤੱਕ ਸਾਡੀ ਵੀ ਉਹੀ ਹਾਲਤ ਹੋ ਜਾਣੀ। ਸਾਡੇ ਮੁੰਡੇ ਕੈਨੇਡਾ ਅਮਰੀਕਾ ਨੂੰ ਭੱਜ ਰਹੇ ਆ 20-50 ਲੱਖ ਰੁਪਏ ਲਾ ਕੇ। ਕਿਉਂ ਜਾ ਰਹੇ ਆ? ਕਿਉਂਕਿ ਉਰੇ ਨਾ ਤਾਂ ਕੋਈ ਕਾਨੂੰਨ ਹੈ, ਨਾ ਕਾਨੂੰਨ ਦਾ ਨਾਮ ਹੈ ਕੋਈ। ਜਿੱਥੇ ਹੁੰਦਾ ਗਰੀਬ ਦਾ ਧੱਕਾ ਹੀ ਹੁੰਦਾ। ਥਾਣੇ ਚਲੇ ਜਾਓ, ਕੋਰਟ ਕਚਹਿਰੀ ਚਲੇ ਜਾਓ, ਹਸਪੀਟਲ ਚਲੇ ਜਾਓ। ਜਿਹੜਾ ਤਕੜਾ ਬੰਦਾ ਹੁੰਦਾ ਉਹਦਾ ਲਾਈਨ 'ਚ ਖੜਦਾ ਵੀ ਨਹੀਂ ਹੈਗਾ, 2 ਮਿੰਟ 'ਚ ਫੋਨ ਕਰਕੇ ਲੰਘ ਜਾਂਦਾ ਉਹ। ਤਾਂ ਕਰਕੇ ਇਹ ਦਿੱਕਤ ਸਾਨੂੰ ਆਉਣੀ ਆ। ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਮਜ਼ਦੂਰ ਮਾਰਨੇ ਆ। ਐਂਡ ਨੂੰ ਨੌਬਤ ਉਹ ਆਉਣੀ ਹੈ ਵੀ ਆਪਣੇ ਆਪ ਮਰਨਗੇ, ਜੋ ਹਾਲਾਤ ਦਿਖ ਰਹੇ ਆ। ਮੈਡੀਕਲ ਸੇਵਾਵਾਂ ਦੀ ਸਾਡੇ ਲੇਬਰ ਯੂਨੀਅਨ 'ਚ ਆ ਕੇ ਡਾਕਟਰਾਂ ਦੀ ਟੀਮ ਬਕਾਇਦਾ ਸਾਡੇ ਲੇਬਰ ਇੰਸਪੈਕਟਰ ਨਾਲ ਹੋ ਕੇ ਸਾਡੇ ਟੀਕੇ ਲਵਾ ਗਏ। ਜਦੋਂ ਅਸੀਂ ਦੂਜੀ ਡੋਜ਼ ਲਵਾਉਣ ਗਏ
ਉਲਟਾ ਸਾਨੂੰ ਸਵਾਲ ਪੁੱਛਿਆ ਜਾਂਦਾ ਜੀ, ਪੜ੍ਹੇ ਲਿਖੇ ਜਿੱਕਣਾ ਫਾਰਮੇਸੀ ਕੀਤੀ ਹੁੰਦੀ ਹੈ, ਤੁਸੀਂ ਕੋਵਿਸ਼ੀਲਡ ਲਵਾਈ ਹੈ ਜਾਂ ਕੋਆਕਸੀਲੀਨ ਲਵਾਇਆ ਹੈ। ਕਿਉਂ ਲਗਵਾਈ ਸੀ ਵੈਕਸੀਨ? ਸਾਡੇ ਲੇਬਰ ਚੌਂਕ 'ਚ 19 ਮਈ ਦਾ ਦਿਨ ਯਾਦ ਹੈ ਜੀ, 3 ਬੰਦਿਆਂ ਨੂੰ ਲੱਗੀ। ਉਸ ਟਾਈਮ ਕੋਈ ਟੈਸਟ ਕਰਵਾ ਕੇ ਵੀ ਰਾਜੀ ਨਹੀਂ ਸੀ। ਅਸੀਂ ਉਹਨਾਂ ਦੀ ਇੱਜ਼ਤ ਖਾਤਰ ਵੀ ਚਲੋ ਸਾਡੇ ਲੇਬਰ ਇੰਸਪੈਕਟਰ ਆਏ, ਉਹਨਾਂ ਨੇ ਸਾਨੂੰ ਸਮਝਾਇਆ ਵੀ ਇਹ ਫ੍ਰੀ ਵਿੱਚ ਲੱਗ ਰਹੇ ਆ, ਫਿਰ ਪੈਸੇ ਦੇ ਕੇ ਲੱਗਣਗੇ। ਉਹ ਜਦੋਂ ਹੁਣ ਸਾਡਾ ਕੋਈ ਰਿਕਾਰਡ ਹੀ ਨਹੀਂ ਜੀ ਹੈ, ਅਸੀਂ ਇੰਨਾ ਵੀ ਕਹਿ ਦਿੱਤਾ ਵੀ ਦੁਆਰ ਤੋਂ ਲਾ ਦਿਓ, ਉਹ ਕਹਿੰਦੇ ਵੀ ਐਦਾਂ ਲਾ ਨਹੀਂ ਸਕਦੇ। ਉਸ ਲੇਬਰ ਇੰਸਪੈਕਟਰ ਦੇ ਨਾਲ ਤੁਸੀਂ ਕੰਸਲਟ ਨਹੀਂ ਕੀਤਾ ਜਿਹੜੇ ਤੁਹਾਨੂੰ ਪਹਿਲਾਂ ਵੈਕਸੀਨ ਲਗਾ ਕੇ ਗਏ ਸੀ ਕਿ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ? ਸਾਡੇ ਕੰਟੈਕਟ 'ਚ ਨਹੀਂ ਆਈ ਜੀ, ਅਸੀਂ 2-3 ਵਾਰ ਮਿਲਣ ਦੀ ਕੋਸ਼ਿਸ਼ ਵੀ ਕੀਤੀ, ਫੋਨ ਤੇ ਮੈਸੇਜ ਨਹੀਂ ਆਇਆ ਸੀ ਜਦੋਂ ਵੈਕਸੀਨ? ਮੈਸੇਜ ਨਹੀਂ ਆਇਆ। ਪ੍ਰਾਈਵੇਟ ਵੀ ਕਢਵਾ ਕੇ ਦੇਖ ਲਿਆ, ਐਸਡੀਐਮ ਦਫ਼ਤਰ ਵੀ ਜਾਏ, ਹਸਪੀਟਲ ਵੀ ਜਾਏ, ਬਕਾਇਦਾ ਫੋਨ ਨੰਬਰ ਉਹਨਾਂ ਨੂੰ ਉਹ ਕਰਵਾਇਆ, ਆਪਣੇ ਆਧਾਰ ਕਾਰਡ ਦਿਖਾਏ ਜੀ। ਪਰ ਉਹੀ ਗੱਲ ਆ ਗਈ ਨਾ ਵੀ ਮਜ਼ਦੂਰ ਤਾਂ ਦੋਏ ਪਾਸੇ ਨੂੰ ਪਿਸ ਰਿਹਾ। 20 ਦਿਨ ਹੋ ਗਏ ਦਿਹਾੜੀਆਂ ਲੱਗੇ ਨੂੰ। 20 ਦਿਨਾਂ 'ਚ ਜਿਹੜੇ ਬੰਦੇ ਦੀ ਦਿਹਾੜੀ ਲੱਗਣੀ ਉਹਦੀ ਰੋਟੀ ਪੱਕਣੇ ਦੀ ਹਾਲਤ ਤਾਂ ਤੁਸੀਂ ਆਪੇ ਸਾਹਮਣੇ। ਮੋਦੀ ਸਰਕਾਰ ਨੇ ਕਰੋਨਾ ਕਾਲ ਦੌਰਾਨ ਗੱਲ ਕੀਤੀ ਸੀਗੀ ਕਿ ਆਟਾ ਦਾਲ ਜਿਹੜਾ ਹੈ ਮਜ਼ਦੂਰਾਂ ਨੂੰ, ਗਰੀਬਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ। ਕੀ ਵਾਕਈ ਇਦਾਂ ਹੋਇਆ ਸੀ? ਮੈਡਮ ਗੱਲ ਸੁਣੋ, ਜਿਹੜੇ ਹੁਣ ਇਹ ਆਪਣੇ ਸੈਂਟਰ ਖੋਲ੍ਹੇ ਗਏ ਆ ਜਿੱਥੇ ਰਜਿਸਟ੍ਰੇਸ਼ਨ ਵਗੈਰਾ, ਉੱਥੇ ਬਕਾਇਦਾ ਸਾਈਟੇ ਬੰਦ ਕਰ ਦਿੱਤੀ ਜਾਂਦੀ ਹੈ। ਜਿਹੜੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਦੀ ਸਾਈਟ ਹੈ, ਜੋ ਫਾਰਮ ਭਰੇ ਸੀ 500 600 ਰੁਪਈਆ ਦੇ ਕੇ, ਉਹ ਇਹਨਾਂ ਨੇ ਆਪਣੇ ਬੋਝੇ 'ਚ ਪਾ ਲਏ, ਸਾਡੇ ਫਾਰਮ ਰੱਦੀ 'ਚ ਗਏ ਜੀ। ਕਰੋਨਾ ਕਾਲ ਦੌਰਾਨ ਫਿਰ ਤੁਸੀਂ ਕਿੱਦਾਂ ਗੁਜ਼ਾਰਾ ਕੀਤਾ? ਜਿੱਦਾਂ ਇਹ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਦਿਨ ਦਿਹਾੜੀ ਲੱਗਦੀ ਹੈ, ਠੀਕ ਹੈ, 2-3 ਦਿਨ 4 ਦਿਨ ਹਫਤਾ ਕੋਈ ਪਤਾ ਨਹੀਂ ਕਿ ਦਿਹਾੜੀ ਲੱਗਣੀ ਹੈ ਕਿ ਨਹੀਂ ਲੱਗਣੀ। ਫਿਰ ਕਿੱਦਾਂ? ਕਰੋਨਾ ਦੇ ਵਿੱਚ ਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਸਾਡੇ ਵਰਗਿਆਂ ਨੂੰ ਵੀ ਕਰਨੀਆਂ ਪਈਆਂ ਸੀ ਸਾਹਮਣਾ, ਤੇ ਤੁਸੀਂ ਕਿੱਦਾਂ ਗੁਜ਼ਾਰਾ ਕੀਤਾ? ਮੈਡਮ ਕੋਈ ਨਹੀਂ, ਜਿੱਦਾਂ ਇਦਾਂ ਹੁਣ ਵੀ ਥੋੜੇ ਬਹੁਤੇ 'ਚ ਚਲਾਉਣਾ ਪੈਂਦਾ ਜੀ, ਕਿਸੇ ਤੋਂ ਫੜ ਤੁੜ ਕੇ ਚਲਾ ਲਿਆ ਜੀ। ਆਪਣੇ ਯਾਰ ਦੋਸਤ ਆ ਜਿਸ ਤਰ੍ਹਾਂ, ਚਲੋ ਆਪਣੀ ਦਿਹਾੜੀ ਨਹੀਂ ਲੱਗੀ, ਕਿਸੇ ਤੋਂ ਫੜ ਕੇ ਆ ਕਿਸੇ ਤੋਂ ਲੈ ਕੇ ਇਦਾਂ ਕੰਮ ਚਲਾਉਣਾ ਪੈਂਦਾ ਜੀ। ਤੁਹਾਨੂੰ ਪਤਾ ਹੈ, ਕੋਈ ਲੋਨ ਲੈ ਲੈਂਦੇ ਥੋੜਾ ਬਹੁਤਾ ਜੀ, ਘਰ ਤੋਂ ਚਲਾਉਣਾ ਹੀ ਤੁਹਾਨੂੰ ਪਤਾ ਹੀ ਮੈਡਮ, ਹੋਰ ਤਾਂ ਇਹਦੇ ਉੱਪਰ ਕੁਝ ਨਹੀਂ। ਫੈਮਿਲੀ ਵਿੱਚ ਕੌਣ ਕੌਣ ਹੈ? ਮੇਰੇ 2 ਬੱਚੇ ਆ ਜੀ, ਲੜਕਾ ਇੱਕ ਲੜਕੀ ਹੈ ਜੀ, ਮਾਤਾ ਹੈ, ਬਾਪੂ ਹੈ ਜੀ। ਉਹਨਾਂ ਦੀ ਪਰਵਰਿਸ਼ ਫਿਰ ਕਿੱਦਾਂ ਕਰਦੇ ਹੋ? ਘਰਾਂ ਹੀ ਬਸ ਹੁਣ ਚੱਲ ਰਿਹਾ ਜੀ, ਜੋ ਦਿਹਾੜੀ ਲੱਗ ਜਾਂਦੀ ਚਲੋ ਪੈਸੇ ਦੇ ਦਿੰਦੇ, ਆਟਾ ਦਾਲ ਤਾਂ ਚਲੋ ਤੋਰੀ ਫੁਲਕਾ ਚੱਲ ਰਿਹਾ ਜੀ। ਸਰਕਾਰ ਦੇ ਵੱਲੋਂ ਕੋਈ ਸਿੱਖਿਆ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ, ਕੋਈ ਤੇ ਸਿੱਖਿਆ ਦਾ ਐਲਾਨ ਕੀਤਾ ਗਿਆ? ਕੋਈ ਸਿੱਖਿਆ ਸਹੂਲਤ ਨਹੀਂ, ਕੋਈ ਨਹੀਂ ਮਿਲ ਰਹੀ ਜੀ, ਕੋਈ ਸਹੂਲਤ ਨਹੀਂ ਮਿਲ ਰਹੀ ਜੀ। ਉਸ ਤਰ੍ਹਾਂ ਹੀ ਹੈ ਸਾਰਾ ਕੁਝ ਜੀ। ਸਾਡਾ ਦਵਾਈ ਨਹੀਂ, ਕਹਿੰਦੇ ਦਵਾਈ ਦੇ ਕਾਰਡ ਬਣੇ ਵੀ 5 ਲੱਖ ਵਾਲਾ। ਖੁਦ ਮੇਰੀ ਮਾਤਾ ਬਿਮਾਰ ਹੋ ਗਈ ਸੀ, ਉਹਨਾਂ ਦੇ ਇਲਾਜ ਖਾਤਰ ਗਏ ਸੀਗੇ ਜੀ, ਉੱਥੇ ਵੀ ਉਹ ਕਹਿੰਦੇ ਕਾਰਡ ਨਹੀਂ ਚੱਲਣਾ ਤੁਹਾਡਾ। ਹੁਣ ਕਿਆ ਕਹਿ ਸਕਦੇ ਜੀ ਉਹਨਾਂ ਨੂੰ, ਕਹਿੰਦੇ ਜਿੱਥੇ ਜਾਣਾ ਜਾਓ ਜੀ ਬਸ। ਇਹੀ ਗੱਲ ਵਜ਼ੀਫਿਆਂ ਦੀ ਜੀ, ਜਿਹੜੇ ਇਹਨਾਂ ਨੇ ਕਾਨੂੰਨ ਕਰਤੇ, ਪਹਿਲਾਂ ਇਨਕਮ ਦਾ ਸਰਟੀਫਿਕੇਟ ਦਿੱਤਾ ਜਾਂਦਾ, ਫਿਰ ਐਸਸੀ ਬੀਸੀ ਵਗੈਰਾ ਦਾ ਸਰਟੀਫਿਕੇਟ ਆਏ ਸਾਲ ਪ੍ਰੋਪਰ ਕਰਤਾ ਜੀ ਇਹਨਾਂ ਨੇ। 5-5 6-6 ਦਿਨ ਲਾ ਕੇ ਇੱਕ ਸਰਟੀਫਿਕੇਟ ਬਣਿਆ। ਹੁਣ ਮੈਡਮ ਦੇਖ ਲਓ, ਲੇਬਰ ਵਾਲਾ ਬੰਦਾ ਜਿਹਨੇ 15 ਦਿਨ ਤੱਕ ਕਚਹਿਰੀਆਂ 'ਚ ਰੋਲ ਤੇ ਜੀ, ਬਾਕੀ 80-80 90-90 ਰੁਪਏ ਉਹਨਾਂ ਦੀ ਫੀਸ ਹੈ ਜੀ, ਦਿਹਾੜੀ ਲੱਗ ਨਹੀਂ ਰਹੀ। ਕਿਹੜੇ ਮੇਰਾ ਪਿੰਡ ਤਿਊੜ ਹੈ ਜੀ, 7 ਕਿਲੋਮੀਟਰ ਹੈ, ਤੁਰ ਕੇ ਵੀ ਕਈ ਵਾਰ ਆਉਣਾ ਪੈਂਦਾ ਇਹ ਜੇ। ਵੀ ਹੁਣ ਤੁਸੀਂ ਦੱਸੋ, ਹੁਣ ਤਾਂ ਜ਼ੁਲਮ ਦੀ ਜਾਂ ਤਾਂ ਵੀ ਪਰਮਾਤਮਾ ਨਾ ਕਰੇ ਇੱਥੇ ਕੋਈ ਇਹੋ ਜਿਹਾ ਵਿਦਰੋਹ ਉੱਠ ਖੜੂਗਾ, ਨਹੀਂ ਉਹੀ ਕਿਸਾਨਾਂ ਵਾਲੇ ਰਾਹ ਸਾਨੂੰ ਫੜਨੇ ਪੈਣੇ ਵੀ ਜ਼ਿਆਦਾ ਆਤਮ ਹੱਤਿਆ ਕਰੀ ਜਾਵੇ ਜੀ। ਇਹ ਤਾਂ ਹੁਣ ਹੋਰ ਵੀ ਬੁਰਾ ਹਾਲ ਹੋ ਜਾਣਾ ਜਦੋਂ ਕੰਪਨੀਆਂ ਥਰੂ ਹੋ ਜਾਣਾ, ਜਿਸ ਤਰ੍ਹਾਂ ਕਹਿੰਦੇ ਕਾਲੇ ਨੂੰ ਅੱਜ ਲਾਗੂ ਕਰ ਰਹੇ ਆ। ਜਿਹੜੀ ਸਾਡੀ ਮਿਹਨਤ ਸਾਨੂੰ ਮਿਲਦੀ ਹੈ, ਦਿਹਾੜੀ 400 ਤੋਂ ਵੀ ਘਟਾ ਕੇ 300 ਪਾ ਰਹੀ ਹੈ ਜੀ। ਇਹ ਤਾਂ ਜਮਾਂ ਹੀ ਚਲੇ ਜਾਣੇ, ਜਿਹਨੂੰ ਕਿ ਹੁਣ ਜਿਹੜਾ ਰੇਟਾਂ ਪਰ ਰੱਖਿਆ ਜਾਣਾ, ਕੰਮ ਸਰ ਤੇ 12-12 ਘੰਟੇ ਕਰਵਾਇਆ ਜਾਣਾ। ਮਿਹਨਤ ਕਾਸ਼ ਬੰਦੇ ਆ, ਮਿਹਨਤ ਸਾਡੀ ਦਾ ਮੁੱਲ ਪੈਣਾ ਕੋਈ ਨਹੀਂ। ਸੋ ਭਵਿੱਖ ਦੇ ਵਿੱਚ ਕਿਸਾਨੀ ਅੰਦੋਲਨ ਇੱਕ ਆਸ ਲੱਗਦਾ ਹੈ, ਕਿਉਂਕਿ ਕਿਸਾਨੀ ਅੰਦੋਲਨ ਸਿਰਫ ਕਿਸਾਨਾਂ ਦਾ ਹੀ ਅੰਦੋਲਨ ਨਹੀਂ ਹੈ, ਬਲਕਿ ਸਾਰੇ ਉਹਨਾਂ ਦੱਬੇ ਕੁਚਲੇ ਲੋਕਾਂ ਦਾ ਅੰਦੋਲਨ ਹੈ ਜੋ ਸਰਕਾਰਾਂ ਦੀਆਂ ਨੀਤੀਆਂ ਦਾ ਸ਼ਿਕਾਰ ਹੋਏ ਨੇ। ਕੀ ਲੱਗਦਾ ਹੈ ਕਿ ਕਿਸਾਨੀ ਅੰਦੋਲਨ 'ਚੋਂ ਕੋਈ ਆਸ ਦੀ ਕਿਰਨ ਨਿਕਲੇਗੀ? ਕਿਸਾਨਾਂ ਦੀ ਤਾਂ ਸੁਣੀ ਜਾ ਸਕਦੀ ਹੈ ਕਿ ਮਜ਼ਦੂਰਾਂ ਦੀ ਵੀ ਕੋਈ ਜਿਹੜੀ ਸੁਣੀ ਜਾ ਸਕਦੀ? ਦੇਖੋ, ਦਿਹਾੜੀ ਤੋਂ ਤਾਂ ਸਾਨੂੰ ਕੋਈ ਆਸ ਹੈ ਨਹੀਂ। ਘਰ ਵਿੱਚ 2-2 ਡੰਗਰ ਜਨਾਨੀਆਂ ਨੇ ਪਾਲੇ ਹੋਏ, ਉਹ ਵੀ ਡੋਲਾਂ ਤੇ ਕੰਡਾ ਵੱਢਣ ਜਾਂਦੀਆਂ ਜੀ, ਉਹ ਵੀ ਇੱਕ ਲੇਖੇ ਦਾ ਮਜ਼ਦੂਰੀ 'ਚ ਆ ਜਾਂਦਾ ਜੀ। 5-10 ਕਿਲੋ ਦੁੱਧ ਪਾਉਨੇ ਆ, ਬਹੁਤ ਔਖਾ ਸੌਖਾ ਕਰਕੇ ਮਿਹਨਤ ਨਾਲ ਜੋ ਵੀ ਜਣੀ ਮਿਲਦਾ ਹੈ ਉਹਦੇ ਨਾਲ
ਕਈ ਵਾਰ ਰੋਟੀ ਖਾ ਵੀ ਲਈਦੀ ਆ ਕਈ ਵਾਰੀ। ਸੋ ਮਜ਼ਦੂਰ ਵਰਗ ਦੀਆਂ ਤੁਸੀਂ ਮੁਸ਼ਕਿਲਾਂ ਸੁਣੀਆਂ ਨੇ ਔਰ ਅੱਗੇ ਜਾਣੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਨਾਮ ਹੈ? ਮਜ਼ਦੂਰ ਏਕਤਾ ਯੂਨੀਅਨ ਕੀ ਨਾਮ ਹੈ? ਮੈਂ ਉਰੇ ਆਪਣਾ ਮਜ਼ਦੂਰ ਏਕਤਾ ਯੂਨੀਅਨ ਦਾ ਖਰੜ ਦਾ ਲੇਬਰ ਚੌਂਕ ਦਾ ਪ੍ਰਧਾਨ ਹੈ ਜੀ। ਮੇਰਾ ਨਾਮ ਰਘਵੀਰ ਸਿੰਘ ਬਰਾਲਾ ਹੈ ਜੀ। ਤੇ ਜਿਹੜੇ ਅੱਜ ਇੱਥੇ ਆਪਣੇ ਭਾਰਤ ਬੰਦ ਦੀ ਜਿਹੜੀ ਕਾਲ ਆਈ ਹੋਈ ਹੈ ਕਿਸਾਨਾਂ ਜਥੇਬੰਦੀਆਂ ਵੱਲੋਂ, ਅਸੀਂ ਆਪਣਾ ਪੂਰਾ ਮਜ਼ਦੂਰ ਵਰਗ ਜਿਹੜਾ ਹੈਗਾ ਇੱਥੇ ਲੈ ਕੇ ਆਏ ਹੋਏ ਆ ਤੇ ਅਸੀਂ ਉਹਨਾਂ ਦਾ ਸਾਂਝੇ ਤੌਰ ਤੇ ਧਰਨੇ 'ਚ ਸ਼ਾਮਲ ਹੋਏ ਹਾਂ ਜੀ। ਤੁਹਾਡੇ ਮਜ਼ਦੂਰ ਵਰਗ ਦੀਆਂ ਮੁਸ਼ਕਿਲਾਂ ਅਸੀਂ ਸੁਣੀਆਂ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਬੜਾ ਇਮੋਸ਼ਨਲ ਜਿਹੜਾ ਪ੍ਰਭਾਵ ਨਿਕਲ ਕੇ ਸਾਹਮਣੇ ਆਇਆ ਹੈ, ਕਿਉਂਕਿ ਇੱਕ ਦੱਸ ਰਹੇ ਸੀ ਕਿ 7 ਕਿਲੋਮੀਟਰ ਦੂਰ ਉਹਨਾਂ ਦਾ ਪਿੰਡ ਹੈ ਔਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ। ਪੈਦਲ ਉਹ ਇੱਥੇ ਤੱਕ ਆਉਂਦੇ ਨੇ ਦਿਹਾੜੀ ਕਰਨ ਦੇ ਲਈ, ਔਰ ਦਿਹਾੜੀ ਮਿਲੇ ਨਾ ਮਿਲੇ ਇਸ ਦੀ ਕੋਈ ਗਾਰੰਟੀ ਨਹੀਂ ਹੈ। ਕੀ ਲੱਗਦਾ ਹੈ ਕਿ ਅੱਜ ਦੇ ਮਜ਼ਦੂਰ ਵਰਗ ਨੂੰ ਪਹਿਲਾਂ ਦੇ ਮਜ਼ਦੂਰ ਵਰਗ ਨਾਲ ਕੰਪੇਅਰ ਕਰੋ ਜਾਂ ਫਿਰ ਭਵਿੱਖ ਨਾਲ ਕੰਪੇਅਰ ਕਰੋ ਤਾਂ ਕਿੱਦਾਂ ਦੀ ਮਜ਼ਦੂਰਾਂ ਦੀ ਸਥਿਤੀ ਲੱਗਦੀ ਹੈ? ਦੇਖੋ, ਜੇ ਆਪਾਂ ਗੱਲ ਕਰੀਏ ਤਾਂ ਗੱਲ ਬਹੁਤ ਲੰਬੀ ਚਲੇ ਜਾਣੀ। ਮੈਂ ਛੋਟੇ ਛੋਟੇ ਲਫ਼ਜ਼ਾਂ 'ਚ ਦੱਸ ਦਿੰਦਾ ਹੈ। ਜਿਹੜੀਆਂ ਸਰਕਾਰਾਂ ਨੇ ਆਪਣਾ ਜਿਹੜਾ ਕਾਰਪੋਰੇਟਰ ਘਰਾਣਾ ਜਿਹੜਾ ਮਤਲਬ ਕਿ ਨਿੱਜੀਕਰਨ ਕਰ ਰਹੀ ਹੈ ਹਰ ਇੱਕ ਚੀਜ਼ ਦਾ। ਜਿਵੇਂ ਹੁਣ ਜਿਹੜੇ ਸਾਡੇ ਮਜ਼ਦੂਰ ਵਰਗ ਹੈ ਅੱਜ ਖੁੱਲ੍ਹੇ ਤੌਰ ਤੇ ਕੰਮ ਕਰ ਰਹੇ ਆ। ਹੁਣ ਜਿਹੜੇ ਕਾਨੂੰਨ ਪਾਸ ਕੀਤੇ ਉਹਨਾਂ ਨੇ ਪਹਿਲਾਂ ਤਾਂ 12 ਘੰਟੇ 8 ਘੰਟੇ ਤੋਂ 12 ਘੰਟੇ ਕਰਤੇ ਆ। ਉਸ ਤੋਂ ਬਾਅਦ ਜਿਹੜੀ ਸੈਲਰੀ ਬੇਸ ਤੇ ਆਪਣਾ ਕੋਈ ਵੀ ਆਪਣਾ ਫੈਕਟਰੀ 'ਚ ਜਾਂ ਕੋਈ ਹੋਰ ਕੰਮ ਆ, ਸਾਡਾ ਫੈਕਟਰੀ ਕੰਮ ਕਰਦਾ ਜਾਂ ਸਿਕਿਉਰਿਟੀ ਗਾਰਡ ਕਰਦਾ ਹੈ, ਕਿਸੇ ਅਦਾਰੇ 'ਚ ਕੰਮ ਕਰਦਾ ਹੈ, ਉਹਦੀ ਜਿਹੜੀ ਸੈਲਰੀ ਹੈ ਉਹ 50% ਦਿੱਤੀ ਜਾਊਗੀ। 50% ਜੇ 10,000 ਰੁਪਏ ਤਾਂ 5,000 ਦਿੱਤਾ ਹੋਊਗਾ। ਅੱਜ ਦੀ ਮਹਿੰਗਾਈ ਦੇ ਵਿੱਚ ਤੁਸੀਂ ਸੋਚ ਲਓ ਵੀ 5,000 'ਚ ਗੁਜ਼ਾਰਾ ਹੋ ਜਾਏਗਾ। ਨੰਬਰ 2, ਜਿਹੜੀ ਹੁਣ ਗੱਲ ਕਰ ਰਹੇ ਵੀ ਇੰਨੀ ਦੂਰ ਤੋਂ ਚੱਲ ਕੇ ਆਉਂਦੇ ਨੇ ਜਾਂ ਕਿਸੇ ਕੋਲ ਮੋਟਰਸਾਈਕਲ ਸਕੂਟਰ ਹੈਗਾ ਏ, ਤੁਸੀਂ ਤੇਲ ਦੀਆਂ ਕੀਮਤਾਂ ਦੇਖ ਲਓ ਕਿੱਥੇ ਚਲੇ ਗਈਆਂ। ਪਹਿਲਾਂ ਤਾਂ ਸਿਲੰਡਰ ਫ੍ਰੀ ਦਿੱਤੇ ਜਾਂਦੇ ਨੇ, ਉਹਦੇ ਬਾਅਦ ਸਿਲੰਡਰ ਦੀ ਕੀਮਤ ਜਿਹੜੀ ਅੱਜ 900 ਤੋਂ 1000 ਰੁਪਏ ਕੀਤੀ ਜਾਂਦੀ ਹੈ। ਇਹ ਸਿੱਧੀ ਲੁੱਟ ਹੈ ਜੀ। 500 ਰੁਪਏ ਦਿਹਾੜੀ ਹੈ ਔਰ 900 ਰੁਪਏ ਦਾ ਸਿਲੰਡਰ ਹੈ ਜੀ। ਉਹ ਤੋਂ ਬਾਅਦ ਹੋਰ ਤੁਸੀਂ ਦੇਖੋ ਜੀ, ਤੇਲ ਦੀ ਬੋਤਲ ਜਿਹੜੀ ਹੈਗੀ ਅੱਜ ਸਰਸੋਂ ਦੀ ਤੇਲ ਦੀ ਬੋਤਲ ਹੈ, ਉਹ ਅੱਜ ਤੋਂ 2 ਸਾਲ ਪਹਿਲਾਂ 85 ਰੁਪਏ ਦੀ ਸੀਗੀ ਜੀ 1 ਲੀਟਰ। ਅੱਜ ਉਹ 250 ਰੁਪਏ ਹੋਈ ਹੈ। ਠੀਕ ਹੈ ਜੀ। ਹੁਣ ਜਿਹੜਾ ਮਜ਼ਦੂਰ ਵਰਗ ਹੈਗਾ ਅੱਜ ਰੋਜ਼ ਦੀ ਰੋਜ਼ ਕਮਾਉਣ ਵਾਲਾ, ਰੋਜ਼ ਦੀ ਰੋਜ਼ ਖਾਣ ਵਾਲਾ ਹੈ। ਹੁਣ ਉਹ ਇੱਕ ਤੇਲ ਖਰੀਦਣ ਲਈ ਜਾਊਗਾ ਤਾਂ 10-20 ਰੁਪਏ ਤੇਲ ਲਊਗਾ। 10-20 ਰੁਪਏ ਦਾ ਕੀ ਤੇਲ ਆਉਂਦਾ ਹੈ ਜੀ? ਕਿਉਂਕਿ ਉਹਨਾਂ ਨੇ ਤੜਕਾ ਤਾਂ ਲਾਣਾ ਹੀ, ਸਬਜ਼ੀ ਤਾਂ ਬਣਾਉਣੀ ਹੈਗੀ ਹੈ। ਮਤਲਬ ਕਿ ਕੁੱਲ ਮਿਲਾ ਕੇ ਜਿਹੜੀ ਮਹਿੰਗਾਈ ਹੈ ਉਹ 70 ਤੇ ਜਾ ਚੁੱਕੀ ਹੈ। ਜਿਹੜਾ ਦੂਜੇ ਵਰਗ ਜਿਹੜੇ ਹੈਗੇ ਆ ਆਪਣੇ ਠੇਕੇਦਾਰੀ ਸਿਸਟਮ ਜਿਹੜਾ ਇਹ ਕਰਨ ਲੱਗੇ ਆ, ਕੰਪਨੀ ਕਾਨੂੰਨ ਜਿਹੜੇ ਹੈਗੇ ਆ ਉਹ ਲਾਗੂ ਕਰਨ ਲੱਗੇ ਆ। ਉਸ ਕੰਪਨੀ ਕਾਨੂੰਨ ਦੇ ਵਿੱਚ ਇਹਨਾਂ ਨੇ ਆਪਣੇ ਠੇਕੇਦਾਰ ਭਰਤੀ ਕਰ ਲੈਣੇ ਆ ਔਰ ਲੇਬਰ ਹਾਇਰ ਕਰ ਲੈਣੀ ਹੈ। ਲੇਬਰ ਹਾਇਰ ਕਰਕੇ ਜੇ ਕਿਸੇ ਨੇ ਕੰਮ ਕਰਵਾਉਣਾ ਹੈ ਤਾਂ ਉਹਨੂੰ ਲੇਬਰ ਪ੍ਰੋਵਾਈਡ ਕਰਨੀ ਇਹਨਾਂ ਨੇ। ਠੀਕ ਹੈ ਜੀ। ਔਰ ਮਾਲਕ ਵੱਲੋਂ ਦਿਹਾੜੀਦਾਰ ਦੀ ਦਿਹਾੜੀ ਤੈਅ ਕੀਤੀ ਜਾਊਗੀ, ਨਾ ਕਿ ਅਸੀਂ ਆਪਣੀ ਦਿਹਾੜੀ ਮੰਗ ਸਕਦੇ ਹਾਂ। ਮਤਲਬ ਕਿ ਸਾਡੇ ਸਾਰੇ ਹੀ ਹੱਕ ਜਿਹੜੇ ਹੈਗੇ ਆ ਕੁੱਲ ਮਿਲਾ ਕੇ ਉਹ ਖੋ ਰਹੀ ਹੈ ਸਰਕਾਰਾਂ ਸਾਰੀਆਂ। ਇਸੇ ਤਰ੍ਹਾਂ ਜਿਹੜੀ ਆਪਣੀ ਕ੍ਰਿਸ਼ੀ ਕਾਨੂੰਨ ਹੈ ਉਹ ਤੁਸੀਂ ਸਾਰਾ ਪਹਿਲਾਂ ਸੁਣੀ ਚੁੱਕੇ ਹੋਣੇ ਆ ਜੀ, ਵੀ ਜੋ ਵੀ ਚੱਲ ਰਿਹਾ ਹੈ। ਸੋ ਅੱਜ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਹੈ। ਅੱਜ ਅਸੀਂ ਇਕੱਠੇ ਹੋਏ ਆ, ਅੱਜ ਨਾਰਾ ਇੱਕ ਬੁਲੰਦ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਆਉਣਾ ਪੈਣਾ। ਜੇ ਮੰਨ ਲਓ ਇਹ ਕਾਨੂੰਨ ਨਹੀਂ ਰੱਦ ਹੁੰਦੇ ਜੀ ਤਾਂ ਉਦੋਂ ਬਾਅਦ ਮੈਨੂੰ ਲੱਗਦਾ ਹੈ ਸਾਨੂੰ ਮਰਨ ਵਰਤ ਤੇ ਬੈਠਣਾ ਪਏਗਾ। ਵੈਸੇ ਵੀ ਮਰ ਰਹੇ ਅਸੀਂ। ਕਿਸਾਨੀ ਅੰਦੋਲਨ ਤੁਹਾਨੂੰ ਆਸ ਦੀ ਕਿਰਨ ਲੱਗਦਾ ਹੈ? ਕਿਉਂਕਿ ਇਹ ਸਿਰਫ ਇੱਕ ਵਰਗ ਦਾ ਅੰਦੋਲਨ ਨਹੀਂ, ਕਿਸਾਨਾਂ ਦਾ ਹੀ ਅੰਦੋਲਨ ਨਹੀਂ ਹੈ, ਸਭ ਦਾ ਅੰਦੋਲਨ, ਸਾਂਝਾ ਅੰਦੋਲਨ ਹੈ ਸਾਰਿਆਂ ਦਾ। ਮੈਂ ਤੁਹਾਨੂੰ ਕਿਸਾਨੀ ਬਾਰੇ ਵੀ ਦੱਸ ਦਿੰਦਾ ਹੈ। ਜਦੋਂ ਕਿਸਾਨ ਦੀ ਫਸਲ ਹੁੰਦੀ ਹੈ, ਕਿਸਾਨ ਦੀ ਫਸਲ ਚਾਹੇ ਕਣਕ ਹੋਵੇ, ਚਾਹੇ ਚੌਲ ਹੋਵੇ, ਧਾਨ ਹੋਵੇ, ਉਹ ਜਦੋਂ ਸੀਜ਼ਨ ਦੇ ਹਿਸਾਬ ਨਾਲ ਆਉਂਦੀ ਹੈ, ਜਦੋਂ ਉਹ ਮੰਡੀਆਂ ਦੇ ਵਿੱਚ ਗਿਰਦੀ ਹੈ ਤਾਂ ਹੀ ਤਿਉਹਾਰ ਸ਼ੁਰੂ ਹੁੰਦੇ ਆ। ਜਦੋਂ ਕਣਕ ਵਿਕਣੀ ਹੈ ਤਾਂ ਪੱਲੇਦਾਰਾਂ ਨੂੰ ਦਿਹਾੜੀ ਮਿਲਣੀ ਹੈ। ਜਦੋਂ ਕਣਕ ਵਿਕਣੀ ਹੈ ਤਾਂ ਸਾਰੇ ਵਰਗ ਨੂੰ, ਆੜਤੀਆਂ ਨੂੰ, ਸਾਰਿਆਂ ਨੂੰ ਕੰਮ ਤੇ ਲੱਗ ਜਾਣਾ ਸਭ ਨੇ। ਜਿਹੜੇ ਚਾਹੇ ਉਹ ਢੋਣ ਵਾਲੇ ਹੋਣ, ਚਾਹੇ ਰੇਹੜੀ ਵਾਲੇ ਹੋਣ, ਚਾਹੇ ਆਟੋ ਵਾਲੇ ਹੋਣ, ਵਹੀਕਲ ਵਾਲੇ ਹੋਣ, ਉਹ ਆਪਣੇ ਕੰਮਾਂ ਤੇ ਲੱਗ ਜਾਂਦੇ ਆ। ਕਿਉਂਕਿ ਸੀਜ਼ਨਲੀ ਜਿਹੜੀ 2 ਚੀਜ਼ਾਂ ਸਾਡੀਆਂ ਹਾੜੀ ਸੌਣੀ ਕਹਿ ਦਿੰਦੇ ਆਪਾਂ, ਉਹ ਸੀਜ਼ਨ ਦੇ ਵਿੱਚ ਜਿੰਨਾ ਵੀ ਮਜ਼ਦੂਰ ਵਰਗ ਹੈ ਉਹ ਨਾਲ ਜੁੜਿਆ ਹੋਇਆ ਹੈ, ਉਹਨਾਂ ਨੂੰ ਦਿਹਾੜੀ ਮਿਲਦੀ ਹੈ। ਠੀਕ ਹੈ ਜੀ। ਜੇ ਇਹ ਕਾਨੂੰਨ ਮਤਲਬ ਕਿ ਜਿਹੜਾ ਹੈਗਾ ਸਿੱਧਾ ਹੀ ਆਪਣਾ ਕਿਸਾਨਾਂ ਤੋਂ ਫਸਲਾਂ ਚੱਕ ਕੇ ਆਪਣੇ ਗੋਦਾਮਾਂ 'ਚ ਲੈ ਜਾਣਗੇ ਤਾਂ ਵਿਚਲਾ ਵਰਗ ਸਾਰਾ ਹੀ ਖਤਮ ਹੈ ਜੀ, ਸਾਰੇ ਦਿਹਾੜੀਦਾਰ ਖਤਮ ਹੈ। ਇਸ ਕਰਕੇ ਇਹ ਸਾਰਾ ਸਿਸਟਮ ਜਿਹੜਾ ਹੈਗਾ ਹੈ ਉਹ ਬਣਾ ਰਹੇ ਹੈ, ਬੜੇ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਬਣਾ ਰਹੇ ਹੈ। ਔਰ ਜਿਹੜੀ ਕੁੱਲ ਮਿਲਾ ਕੇ ਜੀ ਦੇਖੋ ਤਾਨਾਸ਼ਾਹੀ ਹੋ ਰਹੀ ਹੈ, ਇਹ ਆਪਣਾ ਡਿਕਟੇਟਰਸ਼ਿਪ ਜਿਹੜਾ ਸਿਸਟਮ ਹੈਗਾ ਉਹ ਲਾਗੂ ਕਰਨ ਵਾਲੇ ਆ। ਇਹਨਾਂ ਨੇ ਬਣਾਇਆ ਹੋਇਆ ਸਿਸਟਮ ਸਾਰਾ ਕੁਝ ਕਾਰਪੋਰੇਟ ਘਰਾਣੇ। ਤੁਸੀਂ ਸੂਚ ਰੱਖਦੇ ਹੋ, ਲੇਬਰ ਯੂਨੀਅਨ ਦੇ ਨਾਲ ਜੁੜੇ ਹੋਏ ਹੋ, ਪ੍ਰੈਜ਼ੀਡੈਂਟ ਹੋ, ਸੂਚ ਰੱਖਦੇ ਹੋ, ਕਿਉਂ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸੌਂਪ ਕੇ ਹੈਂਡਓਵਰ ਕਰਕੇ ਕੀ ਫਾਇਦਾ ਹੋ ਸਕਦਾ ਹੈ ਸਰਕਾਰ ਨੂੰ? ਕਿਉਂਕਿ ਵਿਦੇਸ਼ਾਂ ਦੀਆਂ ਉਦਾਹਰਨਾਂ ਦੇ ਰਹੇ ਨੇ ਉਹ, ਕਿਉਂਕਿ ਵਿਦੇਸ਼ਾਂ ਦੇ ਵਿੱਚ ਕਾਰਪੋਰੇਟਸ ਨੇ ਜਿਹੜੇ ਉਹ ਭਾਰੀ ਨੇ ਔਰ ਵਿਦੇਸ਼ ਖੁਸ਼ਹਾਲ ਨੇ। ਉਦਾਹਰਨਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ। ਦੇਖੋ ਜੀ, ਮੈਂ ਆਪਣੀ ਇੱਕ ਨਿੱਜੀ ਰਾਏ ਦੇਣ ਲੱਗਿਆ ਜੀ। ਅੱਜ ਸਾਰੀ ਦੁਨੀਆ ਦੇ ਵਿੱਚ ਆਬਾਦੀ ਬਹੁਤ ਵੱਧ ਗਈ ਹੈ। ਸੌਰੀ, ਮੇਰੇ ਤੋਂ ਕੋਈ ਗਲਤ ਗੱਲ ਹੋਵੇ ਮੈਂ ਮਾਫੀ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਰੋਨਾ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹ ਸਾਜ਼ਿਸ਼ ਹੈ, ਪੂਰੀ ਦੁਨੀਆ ਦੇ ਵਿੱਚ ਬਣਾਈ ਜਾ ਰਹੀ ਹੈ ਸਾਜ਼ਿਸ਼। ਇਹ ਉਹਦੇ ਤਹਿਤ ਇਹ ਕੁਝ ਨਾ ਕੋਈ ਇੱਦਾਂ ਦਾ ਪਲਾਨ ਲੈ ਕੇ ਆਏ ਹੋਏ ਹੈ ਵੀ ਜਿੰਨੀ ਵੀ ਦੁਨੀਆ ਹੈਗੀ ਉਹਨੂੰ ਅੱਧੀ ਕਰ ਦਿੱਤਾ ਜਾਵੇ।
ਉਹਨੂੰ ਮਾਰ ਦਿੱਤਾ ਜਾਵੇ। ਸਿੱਧੇ ਤੌਰ ਤੇ ਮੈਂ ਕਹਿਣਾ ਚਾਹੁੰਦਾ ਹੈ ਵੀ ਜਿਹੜੇ ਇਹ ਲੋਕ ਇੰਨੇ ਹੋ ਚੁੱਕੇ ਆ, ਅਸੀਂ ਇਹਨਾਂ ਨੂੰ ਸਕੀਮਾਂ ਕਿੱਥੋਂ ਦੇਵਾਂਗੇ। ਤਾਂ ਹਰੇਕ ਪਾਸੇ ਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਵੀ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਪੂਰੇ ਵਰਲਡ ਲੈਵਲ ਤੇ ਇਹ ਜਿਹੜੀ ਸਾਜ਼ਿਸ਼ ਚੱਲ ਰਹੀ ਹੈ, ਉਹ ਮੈਂ ਆਪਣੇ ਇੰਡੀਆ ਦੀ ਗੱਲ ਕਰਦਾ, ਇੰਡੀਆ 'ਚ ਵੀ ਇਹੀ ਸਾਜ਼ਿਸ਼ ਚੱਲਦੀ ਹੈ। ਜਿਵੇਂ ਉਹ ਕਰੋਨਾ ਹੋ ਗਿਆ ਜਾਂ ਹੋਰ ਜਿਹੜੀਆਂ ਮਹਾ ਭਿਆਨਕ ਬਿਮਾਰੀਆਂ ਜਿਹੜੀਆਂ ਆ ਗਈਆਂ ਨੇ, ਉਹ ਲਿਆਂਦੀਆਂ ਗਈਆਂ ਨੇ। ਕਿਉਂਕਿ ਮੈਂ ਸਿੱਧੇ ਤੌਰ ਤੇ ਇੱਕ ਗੱਲ ਕਰਦਾ ਹਾਂ, ਸਾਡਾ ਅੱਜ ਜਿਹੜਾ 1 ਸਾਲ ਹੋ ਗਿਆ ਹੈ, ਸਾਡਾ ਕਿਸਾਨ ਅੱਜ ਤੱਕ ਇੱਕ ਕਿਸਾਨ ਨਹੀਂ ਮਰਿਆ ਹੈਗਾ, ਇੱਕ ਮਜ਼ਦੂਰ ਨਹੀਂ ਮਰਿਆ ਕਰੋਨਾ ਦੇ ਨਾਲ। ਜਦੋਂ ਸੈਲੀਬ੍ਰਿਟੀ ਜਿਹੜੇ ਹੈਗੇ ਆ, ਚਾਹੇ ਅਮਿਤਾਭ ਬੱਚਨ ਹੋਵੇ, ਚਾਹੇ ਉਹਦੀ ਘਰ ਨੂੰ ਹੋਵੇ, ਉਹਨਾਂ ਨੂੰ ਕਰੋਨਾ ਕਿੱਥੋਂ ਹੋਣਾ ਹੈ? ਉਹ ਤਾਂ ਪੈਰ ਨੂੰ ਮਿੱਟੀ ਨਹੀਂ ਲੱਗਣ ਦਿੰਦੇ। ਉਹ ਤਾਂ ਉਹਨਾਂ ਦੇ ਲਈ ਸਿਕਿਉਰਿਟੀ ਬਹੁਤ ਵੱਡੀ ਹੈ। ਔਰ ਜਿੰਨੀ ਆਪਣੀ ਮੰਤਰੀ ਸ਼ੰਤਰੀ ਹੈ, ਉਹਨਾਂ ਨੂੰ ਕਰੋਨਾ ਕਿੱਥੋਂ ਹੋਣਾ ਹੈ? ਉਹ ਤਾਂ ਬੰਦ ਸ਼ੀਸ਼ਿਆਂ 'ਚ ਰਹਿੰਦੇ ਨੇ ਸਾਰੇ। ਇਹ ਇੱਕ ਸੋਚਣ ਦਾ ਵਿਸ਼ਾ ਸਾਰਾ, ਕਿਉਂਕਿ ਕੁੱਲ ਮਿਲਾ ਕੇ ਸਾਰਾ ਸਿਸਟਮ ਜਿਹੜਾ ਹੈਗਾ, ਇਹ ਤਾਣਾ ਬਾਣਾ ਜੋ ਬੁਣਿਆ ਜਾ ਰਿਹਾ ਹੈ, ਇਹ ਬੜਾ ਖਤਰਨਾਕ ਹੈ ਜੀ। ਇਹ ਕੁੱਲ ਮਿਲਾ ਕੇ ਸਾਰਾ ਸਿਸਟਮ ਨੂੰ ਆਪਣੇ ਅੰਦਰ ਕਰਨਾ ਚਾਹੁੰਦੇ ਆ, ਪੂਰੀ ਦੁਨੀਆ ਆਪਣੇ ਪੂਰੇ ਇੰਡੀਆ ਨੂੰ ਅੰਦਰ ਕਰਨਾ ਚਾਹੁੰਦੇ ਆ। ਪੰਜਾਬ ਇੱਕ ਇੱਦਾਂ ਦੀ ਗੱਦਰੀ ਸਟੇਟ ਹੈਗੀ ਹੈ, ਇਹਨਾਂ ਤੋਂ ਕਾਬੂ ਨਹੀਂ ਆ ਰਹੀ ਹੈਗੀ। ਉਹ ਇਹਨਾਂ ਨੇ ਇਹ ਜਿਹੜੇ ਕਾਨੂੰਨ ਲਾਗੂ ਕੀਤੇ ਆ, ਕਿਉਂਕਿ ਜ਼ਿਆਦਾਤਰ ਜਿਹੜਾ ਅਨਾਜ ਜਿਹੜਾ ਪੰਜਾਬ ਦੇ ਅੰਦਰ ਪੈਦਾ ਹੁੰਦਾ ਹੈ, ਤਾਂ ਕਿਸਾਨਾਂ ਨੂੰ ਮਾਰਨ ਲੱਗੇ ਹੋਏ ਆ ਜੀ। ਉਹ ਕਹਿੰਦੇ ਵੀ ਇੱਥੇ ਦੇ ਜਿਹੜੇ ਕਿਸਾਨ ਹੈ ਖੁਸ਼ਹਾਲ ਨੇ, ਵੀ ਉਹ ਵਿਦਰੋਹੀ ਨੇ, ਕਿਤੇ ਨਾ ਕਿਸੇ ਤਰੀਕੇ ਨਾਲ ਇਹ ਉਹਨਾਂ ਨੂੰ ਖਤਮ ਕਰਨ ਲੱਗੇ ਹੋਏ ਆ। ਨਾਲ ਹੀ ਜਿਵੇਂ ਲੇਬਰ ਸਾਡੀ ਹੈਗੀ ਹੈ, ਇਹ ਲੇਬਰ ਨੂੰ ਵੀ ਵਿੱਚ ਇਨਵੋਲਵ ਕਰ ਰਹੇ ਨੇ, ਤੇ ਲੇਬਰ ਨੂੰ ਵੀ ਖਤਮ ਕਰ ਰਹੇ ਆ। ਕਿਉਂਕਿ ਇਹਨਾਂ ਦੀਆਂ ਫੈਕਟਰੀਆਂ ਦੇ ਵਿੱਚ, ਇਹਨਾਂ ਦੀਆਂ ਕਾਰਖਾਨਿਆਂ ਦੇ ਵਿੱਚ ਕੌਣ ਕੰਮ ਕਰੂਗਾ? ਇਹ ਸਾਡੇ ਮੰਤਰੀ ਸ਼ੰਤਰੀ ਸਾਰੇ ਵਿੱਚੇ ਮਿਲੇ ਹੋਏ ਆ। ਚਾਹੇ ਉਹ ਸਾਡੀ ਜਨਰੇਸ਼ਨ ਨੂੰ, ਸਾਡੇ ਬੱਚਿਆਂ ਨੂੰ ਨਾ ਪੜ੍ਹਾ ਕੇ ਪਾਸ ਕਰਕੇ, ਉਹ ਇੱਕ ਲੇਬਰ ਤਿਆਰ ਕਰ ਰਹੇ ਆ ਆਪਣੇ ਘਰਾਣਿਆਂ ਦੇ ਲਈ। ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤੇ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਮਜ਼ਦੂਰਾਂ ਦੇ ਲਈ ਵੱਖ-ਵੱਖ ਜਿਹੜੀਆਂ ਸਕੀਮਾਂ ਨੇ ਉਹ ਲਾਂਚ ਕੀਤੀਆਂ ਨੇ, ਭਾਵੇਂ ਉਹ ਐਕਸਗ੍ਰੇਸ਼ੀਆ ਸਕੀਮ ਹੋਵੇ ਜਾਂ ਫਿਰ ਸ਼ਗਨ ਸਕੀਮ ਹੋਵੇ, ਆਟਾ ਦਾਲ ਸਕੀਮ ਹੋਵੇ। ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮਜ਼ਦੂਰ ਵਰਗ ਨੂੰ ਦਿੱਤੀਆਂ ਜਾਂਦੀਆਂ ਨੇ। ਪੰਜਾਬ ਸਰਕਾਰ ਦਾ ਕਹਿਣਾ ਹੈ। ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ, ਕਿਰਤ ਵਿਭਾਗ ਦੀ। ਠੀਕ ਹੈ ਜੀ, ਸਾਡੇ ਕਿਰਤ ਵਿਭਾਗ ਦੇ ਵਿੱਚ ਸਾਡੇ ਮਜ਼ਦੂਰਾਂ ਲਈ ਵੈਲਫੇਅਰ ਸੁਸਾਇਟੀ ਬਣੀ ਹੋਈ ਹੈ, ਵੈਲਫੇਅਰ ਸਕੀਮਾਂ ਬਣੀਆਂ ਹੋਈਆਂ। ਉਸ ਵੈਲਫੇਅਰ ਸਕੀਮ ਦੇ ਵਿੱਚ 31000 ਰੁਪਏ ਸ਼ਗਨ ਸਕੀਮ ਦਿੱਤੀ ਜਾਂਦੀ ਹੈ, ਪਰ ਉਹਦੇ ਨਾਲ ਇੱਕ ਕੰਡੀਸ਼ਨ ਵੀ ਲਾ ਦਿੱਤੀ ਗਈ ਹੈ ਕਿ ਜਿਹੜਾ ਮਜ਼ਦੂਰ ਹੈ ਆਪਣੀ ਬੇਟੀ ਦੀ ਰਜਿਸਟ੍ਰੇਸ਼ਨ ਕਰਾਵੇ, ਮੈਰਿਜ ਸਰਟੀਫਿਕੇਟ ਬਣਾਵੇ। ਹੁਣ ਤੁਸੀਂ ਦੱਸੋ ਕਿ ਅਨਪੜ੍ਹ ਜਿਹੜਾ ਵਿਅਕਤੀ ਹੈਗਾ ਏ, ਅਨਪੜ੍ਹ ਸਾਡਾ ਮਜ਼ਦੂਰ ਹੋਏਗਾ ਏ, ਉਹ ਪਹਿਲਾਂ ਕੋਰਟ ਕਚਹਿਰੀ ਧੱਕੇ ਖਾਵੇਗਾ, ਉੱਥੋਂ ਵਕੀਲ ਕਰੂਗਾ, ਉੱਥੇ ਫਾਈਲਾਂ ਤਿਆਰ ਕਰਾਊਗਾ। ਉਹ ਫਾਈਲਾਂ ਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਕਿੰਨੀਆਂ ਦਿਹਾੜੀਆਂ ਖਰਾਬ ਹੋਣਗੀਆਂ। ਔਰ ਅੱਜ ਕੱਲ੍ਹ ਜਿਹੜਾ ਸਿਸਟਮ ਸਾਡਾ ਹੈਗਾ ਪੰਜਾਬ ਦਾ, ਪਹਿਲਾਂ ਜਦੋਂ ਸਰਕਾਰ ਚੇਂਜ ਹੋਈ ਹੈ 2017 ਦੇ ਵਿੱਚ, ਆਉਂਦੀ ਸਾਰੇ ਇਹਨਾਂ ਨੇ ਸਾਰੇ ਆਨਲਾਈਨ ਸਿਸਟਮ ਕਰਤਾ। ਆਨਲਾਈਨ ਸਿਸਟਮ ਕਰਨ ਦੇ ਨਾਲ ਸਾਰੇ ਸੁਵਿਧਾ ਸੈਂਟਰ ਬੰਦ ਕਰਤੇ। ਇਹ ਸਾਰੀ ਖੱਜਲ ਖੁਆਰੀ ਜਿਹੜੀ ਹੈਗੀ ਹੈ, ਇਹ ਬੜੇ, ਮੈਂ ਪਹਿਲੇ ਵੀ ਕਹਿ ਚੁੱਕਿਆ, ਬੜੇ ਲੈਵਲ ਤੇ ਚੱਲ ਰਹੀ ਹੈ। ਸਾਰੇ ਮਿਲੇ ਹੋਏ ਆ ਜੀ। ਇਹਨਾਂ ਨੇ ਬਸ ਲੋਕਾਂ ਦਾ ਖੂਨ ਚੂਸਣਾ ਹੈ। ਖੂਨ ਤਾਂ ਚੂਸ ਲਿਆ, ਹੱਡੀਆਂ ਰਹਿ ਗਈਆਂ, ਉਹ ਵੀ ਚੂਸ ਕੇ ਸੁੱਟ ਦੇਣੀਆਂ। ਯਾਨੀ ਕਿ ਸਿਰਫ ਦਾਅਵੇ ਫੋਕੇ ਹੀ ਨੇ, ਹਕੀਕਤ ਦੇ ਵਿੱਚ ਇਦਾਂ ਦਾ ਸਾਰੇ ਹੀ ਫੋਕੇ ਦਾਅਵੇ ਨੇ। 5-5 ਲੱਖ ਦੇ ਜਿਹੜੇ ਆਪਣਾ ਕਾਰਡ ਬਣੇ ਹੋਏ ਆ, ਆਪਣੇ ਜਿਹੜੇ ਮੈਡੀਕਲ ਦਿੰਦੇ ਆ, ਉਹ ਬਿਲਕੁਲ ਵੀ ਨਹੀਂ ਚੱਲਦੇ ਹੈਗੇ, ਬਿਲਕੁਲ ਨਹੀਂ ਚੱਲਦੇ ਹੈਗੇ। ਸਾਰੇ ਹੀ ਫੋਕੇ ਦਾਅਵੇ ਆ ਜੀ। ਸੋ ਤੁਸੀਂ ਵੇਖਿਆ ਹੈ ਕਿ ਮਜ਼ਦੂਰ ਵਰਗ ਦੀਆਂ ਮੁਸ਼ਕਿਲਾਂ ਤੁਹਾਨੂੰ ਵਿਖਾਈਆਂ ਨੇ, ਔਰ ਤੁਸੀਂ ਸੁਣਿਆ ਨੇ ਕਿ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਜੀਵਨ ਹੈ ਉਹ ਬਸਰ ਕਰ ਰਹੇ ਨੇ। ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਜਿਹੜੇ ਦਾਅਵੇ ਨੇ ਵੱਡੇ ਕੀਤੇ ਗਏ ਨੇ, ਵਾਅਦੇ ਕੀਤੇ ਗਏ ਨੇ ਮਜ਼ਦੂਰ ਵਰਗ ਦੀ ਭਲਾਈ ਦੇ ਲਈ, ਵੈਲਫੇਅਰ ਦੇ ਲਈ, ਪਰ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਅਜੇ ਤੱਕ ਵਫਾ ਨਹੀਂ ਹੋ ਸਕਿਆ। ਇਹ ਕਹਿਣਾ ਇਹਨਾਂ ਮਜ਼ਦੂਰ ਵਰਗ ਨਾਲ ਸੰਬੰਧਿਤ ਲੋਕਾਂ ਦਾ ਹੈ ਕਿ ਸਿਰਫ ਕਾਗਜ਼ਾਂ ਤੱਕ ਉਹ ਸਕੀਮਾਂ ਜਿਹੜੀਆਂ ਨੇ ਸਰਕਾਰਾਂ ਦੀਆਂ, ਭਾਵੇਂ ਉਹ ਕੇਂਦਰ ਸਰਕਾਰ ਦੀ ਹੋਵੇ ਜਾਂ ਪੰਜਾਬ ਸਰਕਾਰ ਦੀ ਹੋਵੇ, ਸਿਰਫ ਕਾਗਜ਼ਾਂ ਤੱਕ ਸੀਮਿਤ ਨੇ। ਔਰ ਇਸੇ ਤਰ੍ਹਾਂ ਦੇ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।